मॉर्निंग स्टूडेंट्स ਅਸੀਂ ਚੈਪਟਰ ਕਰ ਰਹੇ ਸੀਗੇ ਕੰਡੀਸ਼ਨਸ ਐਂਡ ਵਾਰੰਟੀਜ਼ ਔਰ ਇਹਦੇ ਵਿੱਚ ਮੈਂ ਤੁਹਾਨੂੰ ਇੰਪਲਾਈਡ ਕੰਡੀਸ਼ਨਸ ਕਿਹੜੀਆਂ ਹੁੰਦੀਆਂ ਆਪਣੇ ਪ੍ਰੀਵੀਅਸ ਲੈਕਚਰ ਦੇ ਵਿੱਚ ਕਰਵਾਇਆ ਸੀ। ਅੱਜ ਦੇ ਇਸ ਲੈਕਚਰ ਦੇ ਵਿੱਚ ਕਰਾਂਗੇ ਅਸੀਂ ਕਿ ਇੰਪਲਾਈਡ ਵਾਰੰਟੀਜ਼ ਕਿਹੜੀਆਂ ਹੁੰਦੀਆਂ ਆ। ਸਟੂਡੈਂਟਸ ਸਭ ਤੋਂ ਪਹਿਲਾਂ ਵਾਰੰਟੀਜ਼ ਮੈਂ ਤੁਹਾਨੂੰ ਦੱਸਿਆ ਸੀ ਕਿ ਵਾਰੰਟੀਜ਼ ਕੀ ਹੁੰਦੀਆਂ, ਉਹ ਸਟਿਪੂਲੇਸ਼ਨਸ ਜਿਹੜੀਆਂ ਕਿ ਕੌਂਟਰੈਕਟ ਦੇ ਪਰਪਸ ਨੂੰ ਫੁਲਫਿਲ ਕਰਨ ਦੇ ਲਈ ਜਸਟ ਕੋਲੈਟਰਲ ਹੁੰਦੀਆਂ। ਕੋਲੈਟਰਲ ਮੀਨਸ ਹੈਲਪਫੁਲ ਹੁੰਦੀਆਂ ਆ ਔਰ ਜਿਨ੍ਹਾਂ ਦੀ ਬਰੀਚ ਦੇ ਨਾਲ ਜੋ ਅਗਰੀਵਡ ਪਾਰਟੀ ਆ ਉਹ ਸਿਰਫ ਤੇ ਸਿਰਫ ਡੈਮੇਜਸ ਹੀ ਕਲੇਮ ਕਰ ਸਕਦੀ ਆ, ਨਾ ਕਿ ਕੌਂਟਰੈਕਟ ਨੂੰ ਕੈਂਸਲ ਕਰ ਸਕਦੀ ਆ। ਯਾਨੀ ਉਹਦੇ ਕੋਲ ਕੌਂਟਰੈਕਟ ਨੂੰ ਕੈਂਸਲ ਕਰਨ ਦਾ ਰਾਈਟ ਜਿਹੜਾ ਆ ਨਹੀਂ ਹੁੰਦਾ। ਔਰ ਇਹ ਸੀ ਵਾਰੰਟੀਜ਼। ਅਤੇ ਇੰਪਲਾਈਡ ਵਾਰੰਟੀਜ਼ ਕੀ ਹੁੰਦੀਆਂ, ਉਹ ਵਾਰੰਟੀਜ਼ ਜਿਹੜੀਆਂ ਕੌਂਟਰੈਕਟ ਸਾਈਨ ਕਰਨ ਦੇ ਟਾਈਮ 'ਤੇ ਕਿਤੇ ਵੀ ਐਕਸਪ੍ਰੈਸਲੀ ਮੈਂਸ਼ਨ ਨਹੀਂ ਕੀਤੀਆਂ ਜਾਂਦੀਆਂ, ਬਟ ਬਿਕੋਜ਼ ਆਫ ਯੂਜ਼ੇਜ ਆਫ ਟ੍ਰੇਡ, ਬਿਕੋਜ਼ ਆਫ ਕਸਟਮ ਐਂਡ ਬਿਕੋਜ਼ ਆਫ ਓਪਰੇਸ਼ਨ ਆਫ ਲਾਅ ਉਹ ਜਿਹੜੀਆਂ ਹੈਗੀਆਂ ਇੰਪਲੀਮੈਂਟ ਹੋ ਜਾਂਦੀਆਂ ਆ। ਸੋ ਇਹ ਇੰਪਲਾਈਡ ਵਾਰੰਟੀਜ਼ ਕਿਹੜੀਆਂ ਹੈ। ਫਸਟ ਹੈ ਇੰਪਲਾਈਡ ਵਾਰੰਟੀ ਆਫ ਕੁਆਇਟ ਪੋਜੈਸ਼ਨ। ਕੌਂਟਰੈਕਟ ਆਫ ਸੇਲ ਦੇ ਵਿੱਚ ਇਹ ਇੰਪਲਾਈਡ ਵਾਰੰਟੀ ਹੁੰਦੀ ਆ ਕਿ ਬਾਇਰ ਜਿਹੜਾ ਆ ਉਹਦੇ ਕੋਲ ਗੁੱਡਸ ਦਾ ਕੁਆਇਟ ਪੋਜੈਸ਼ਨ ਹੋਏਗਾ, ਯਾਨੀ ਕਿ ਉਹ ਗੁੱਡਸ ਨੂੰ ਪੋਜੈਸ ਕਰਨ ਦਾ ਰਾਈਟ ਉਹਦੇ ਕੋਲ ਹੋਏਗਾ ਔਰ ਉਹ ਗੁੱਡਸ ਨੂੰ ਬਿਨਾਂ ਕਿਸੇ ਡਿਸਟਰਬੈਂਸ ਦੇ ਉਸ ਪੋਜੈਸ਼ਨ ਨੂੰ ਜਿਹੜਾ ਹੈਗਾ ਆ ਯੂਜ਼ ਕਰੇਗਾ ਔਰ ਇੰਜੋਏ ਕਰੇਗਾ। ਠੀਕ ਹੈ ਜੀ। ਸੋ ਉਹਦੇ ਕੋਲ ਜੋ ਵੀ ਗੁੱਡਸ ਹੈਗੀਆਂ ਜੋ ਉਹਨੇ ਖਰੀਦੀਆਂ ਨੇ ਉਹਨਾਂ ਨੂੰ ਯੂਜ਼ ਕਰਨ ਦਾ, ਉਹਨਾਂ ਨੂੰ ਪੋਜੈਸ ਕਰਨ ਦਾ ਜੋ ਰਾਈਟ ਹੈਗਾ ਆ ਉਹਨੂੰ ਅਸੀਂ ਇੰਪਲਾਈਡ ਵਾਰੰਟੀ ਕਹਿੰਦੇ ਆ। ਨੈਕਸਟ ਹੈ ਇੰਪਲਾਈਡ ਵਾਰੰਟੀ ਆਫ ਫਰੀਡਮ ਫਰੋਮ ਇਨਕੰਬਰੈਂਸ। ਇਹ ਵੀ ਇੰਪਲਾਈਡ ਵਾਰੰਟੀ ਹੁੰਦੀ ਆ ਸੈਲਰ ਦੇ ਪਾਰਟ 'ਤੇ ਕਿ ਜਿਹੜੀਆਂ ਗੁੱਡਸ ਉਹਨੇ ਡਿਲੀਵਰ ਕੀਤੀਆਂ ਨੇ ਜਾਂ ਸੇਲ ਕੀਤੀਆਂ ਨੇ ਉਹ ਕਿਸੇ ਵੀ ਤਰ੍ਹਾਂ ਦੇ ਚਾਰਜ ਤੋਂ ਜਾਂ ਇਨਕੰਬਰੈਂਸ ਤੋਂ ਫਰੀ ਨੇ। ਠੀਕ ਆ, ਮਤਲਬ ਕਿ ਜੋ ਗੁੱਡਸ ਉਹਨੇ ਸੈੱਲ ਕੀਤੀਆਂ ਨੇ ਉਹ ਗੁੱਡਸ ਉਹਨੇ ਕਿਤੇ ਵੀ ਕਿਸੇ ਵੀ ਜਗ੍ਹਾ 'ਤੇ ਮੌਰਟਗੇਜ ਨਹੀਂ ਕੀਤੀਆਂ ਜਾਂ ਐਜ਼ ਅ ਸਿਕਿਉਰਿਟੀ ਨਹੀਂ ਰੱਖੀਆਂ ਹੋਈਆਂ। ਉਹਨਾਂ ਗੁੱਡਸ 'ਤੇ ਕਿਸੇ ਤਰ੍ਹਾਂ ਦਾ ਕੋਈ ਵੀ ਚਾਰਜ ਨਹੀਂ ਹੈਗਾ। ਠੀਕ ਆ, ਔਰ ਇਸ ਵਾਰੰਟੀ ਦੀ ਜਿਹੜੀ ਵਰੀਜ ਹੈਗੀ ਆ ਉਹ ਉਦੋਂ ਅਕਰ ਹੁੰਦੀ ਆ ਜਦੋਂ ਬਾਇਰ ਜਿਹੜਾ ਹੈਗਾ ਆ ਉਹਨੂੰ ਕਿਸੇ ਤਰ੍ਹਾਂ ਦਾ ਕੋਈ ਚਾਰਜ ਪੇ ਕਰਨਾ ਪਿਆ ਉਹਨਾਂ ਗੁੱਡਸ ਦੇ ਅਗੇਂਸਟ, ਫਿਰ ਅਸੀਂ ਕਹਾਂਗੇ ਕਿ ਇਸ ਵਾਰੰਟੀ ਦੀ ਜਿਹੜੀ ਬਰੀਚ ਹੋਈ ਆ। ਬਟ ਇਹ ਵਾਰੰਟੀ ਉਦੋਂ ਅਪਲਾਈ ਨਹੀਂ ਹੁੰਦੀ ਜਦੋਂ ਸੇਲ ਦੇ ਟਾਈਮ 'ਤੇ ਹੀ ਬਾਇਰ ਨੂੰ ਇਹ ਡਿਕਲੇਅਰ ਕਰ ਦਿੱਤਾ ਜਾਂਦਾ ਸੈਲਰ ਦੁਆਰਾ ਜਾਂ ਉਹਦਾ ਨੋਟਿਸ ਦੇ ਦਿੱਤਾ ਜਾਂਦਾ ਆ ਕਿ ਉਹ ਗੁੱਡਸ ਜਿਹੜੀਆਂ ਨੇ ਉਹਨਾਂ 'ਤੇ ਕਿਸੇ ਤਰ੍ਹਾਂ ਦੀ ਕੋਈ ਵੀ ਚਾਰਜ ਹੈਗਾ ਆ ਜਾਂ ਇਨਕੰਬਰੈਂਸ ਹੈਗੀ ਆ। ਬਟ ਅਗਰ ਇਹੋ ਜਿਹਾ ਕੋਈ ਵੀ ਇਨਫੋਰਮੇਸ਼ਨ ਨਹੀਂ ਦਿੱਤੀ ਗਈ ਫਿਰ ਅਸੀਂ ਕਹਾਂਗੇ ਕਿ ਇਹ ਇਸ ਵਾਰੰਟੀ ਦੀ ਬਰੀਚ ਆ ਔਰ ਬਾਇਰ ਨੂੰ ਜਿਹੜਾ ਆ ਡੈਮੇਜਸ ਕਲੇਮ ਕਰਨ ਦਾ ਰਾਈਟ ਜਿਹੜਾ ਆ ਉਹ ਮਿਲ ਜਾਏਗਾ। ਉਸ ਤੋਂ ਬਾਅਦ ਨੈਕਸਟ ਹੈ ਇੰਪਲਾਈਡ ਵਾਰੰਟੀ ਅਨੈਕਸਡ ਬਾਈ ਦਾ ਯੂਜ਼ੇਜ ਆਫ ਟ੍ਰੇਡ। ਸੋ ਇਹਦੇ ਵਿੱਚ ਉਹ ਵਾਰੰਟੀਜ਼ ਆ ਜਾਣੀਆਂ ਜਿਹੜੀਆਂ ਕਿ ਕਿਸੇ ਵੀ ਕੌਂਟਰੈਕਟ ਆਫ ਸੇਲ ਦੇ ਵਿੱਚ ਬਿਕੋਜ਼ ਆਫ ਕਸਟਮ ਜਾਂ ਬਿਕੋਜ਼ ਆਫ ਯੂਜ਼ੇਜ ਆਫ ਟ੍ਰੇਡ ਜਿਹੜੀਆਂ ਆ ਅਪਲਾਈ ਹੁੰਦੀਆਂ ਆ। ਉਸ ਤੋਂ ਬਾਅਦ ਨੈਕਸਟ ਹੈ ਐਕਸਕਲੂਜਨ ਆਫ ਇੰਪਲਾਈਡ ਕੰਡੀਸ਼ਨਸ ਐਂਡ ਵਾਰੰਟੀਜ਼। ਇੰਪਲਾਈਡ ਕੰਡੀਸ਼ਨਸ ਐਂਡ ਵਾਰੰਟੀਜ਼ ਕਿਸੇ ਵੀ ਕੌਂਟਰੈਕਟ ਆਫ ਸੇਲ ਦੇ ਵਿੱਚ ਨੈਗੇਟਿਵਡ ਕੀਤੀਆਂ ਜਾ ਸਕਦੀਆਂ ਨੇ ਜਾਂ ਵੇਰੀਡ ਕੀਤੀਆਂ ਜਾ ਸਕਦੀਆਂ ਨੇ, ਯਾਨੀ ਉਹਨਾਂ ਵਿੱਚ ਚੇਂਜਿਸ ਲਿਆਂਦੇ ਜਾ ਸਕਦੇ ਆ। ਉਹਦੇ ਲਈ ਕੀ ਤਰੀਕੇ ਹੈਗੇ ਆ। ਸਭ ਤੋਂ ਪਹਿਲਾਂ ਕਿ ਅਗਰ ਐਕਸਪ੍ਰੈਸਲੀ ਐਗਰੀਮੈਂਟ ਕਰ ਲਿਆ ਜਾਵੇ ਪਾਰਟੀਜ਼ ਦੇ ਵਿੱਚ ਕਿ ਇਹ ਇੰਪਲਾਈਡ ਕੰਡੀਸ਼ਨਸ ਔਰ ਵਾਰੰਟੀਜ਼ ਇੱਥੇ ਇੰਪਲੀਮੈਂਟ ਨਹੀਂ ਹੋਣਗੀਆਂ। ਸੈਕਿੰਡ ਕੀ ਆ ਕਿ ਉਹਨਾਂ ਦਾ ਕੋਰਸ ਆਫ ਡੀਲਿੰਗ ਹੀ ਇਸ ਤਰ੍ਹਾਂ ਦਾ ਆ ਕਿ ਉੱਥੇ ਉਹ ਇੰਪਲਾਈਡ ਕੰਡੀਸ਼ਨਸ ਔਰ ਵਾਰੰਟੀਜ਼ ਪਹਿਲਾਂ ਵੀ ਨਹੀਂ ਲੱਗ ਰਹੀਆਂ। ਔਰ ਥਰਡ ਉਸ ਟ੍ਰੇਡ ਦੇ ਕਸਟਮ ਜਾਂ ਯੂਜ਼ੇਜ ਇਹੋ ਜਿਹੇ ਹੈਗੇ ਆ ਕਿ ਉਹਨਾਂ ਇੰਪਲਾਈਡ ਕੰਡੀਸ਼ਨਸ ਐਂਡ ਵਾਰੰਟੀਜ਼ ਨੂੰ ਉੱਥੇ ਇੰਪਲੀਮੈਂਟ ਨਹੀਂ ਕੀਤਾ ਜਾਂਦਾ। ਉਸ ਤੋਂ ਬਾਅਦ ਨੈਕਸਟ ਹੈ ਕੈਵਟ ਐਮਟਰ। ਕੈਵਟ ਐਮਟਰ ਦਾ ਮਤਲਬ ਕੀ ਹੁੰਦਾ ਆ? ਕੈਵਟ ਐਮਟਰ ਦਾ ਮਤਲਬ ਆ ਲੈਟ ਦਾ ਵਾਇਰ ਬੀ ਵੇਅਰ। ਲੈਟ ਦਾ ਵਾਇਰ ਬੀ ਵੇਅਰ ਮਤਲਬ ਕਿ ਬਾਇਰ ਜਦੋਂ ਗੁੱਡਸ ਬਾਈ ਕਰਨ ਜਾਂਦਾ ਆ ਤਾਂ ਉਸ ਵੇਲੇ ਉਹਨੂੰ ਗੁੱਡਸ ਦੀ ਫਿਟਨੈਸ, ਉਹਦੀ ਕੁਆਲਿਟੀ
ਨੂੰ ਪ੍ਰੋਪਰਲੀ ਚੈੱਕ ਕਰਕੇ ਆਪਣੇ ਆਪ ਨੂੰ ਪੂਰੀ ਤਰ੍ਹਾਂ ਸੈਟਿਸਫਾਈ ਕਰਕੇ ਹੀ ਉਹਨਾਂ ਗੁਡਸ ਨੂੰ ਬਾਏ ਕਰਨਾ ਚਾਹੀਦੀਆਂ ਨੇ। ਅਗਰ ਉਹਨੇ ਕੋਈ ਗੁਡਸ ਜਿਹੜੀਆਂ ਗਲਤ ਬਾਏ ਕਰ ਲਈਆਂ ਬਿਕੋਜ਼ ਆਫ ਬੈਡ ਚੋਇਸ, ਮਤਲਬ ਕਿਉਂਕਿ ਉਹਦੀ ਆਪਣੀ ਚੋਇਸ ਗਲਤ ਆ, ਤਾਂ ਉਸ ਕੇਸ ਦੇ ਵਿੱਚ ਉਹ ਸੈਲਰ ਨੂੰ ਬਲੇਮ ਨਹੀਂ ਕਰ ਸਕਦਾ, ਸੈਲਰ ਕੋਲੋਂ ਕਿਸੇ ਤਰ੍ਹਾਂ ਦੀਆਂ ਕੋਈ ਡੈਮੇਜਸ ਜਿਹੜੀਆਂ ਕਲੇਮ ਨਹੀਂ ਕਰ ਸਕਦਾ। ਸੋ ਅਸੀਂ ਇਹ ਕਹਾਂਗੇ ਕਿ ਹਮੇਸ਼ਾ ਇਹ ਸੈਲਰ ਦੀ ਡਿਊਟੀ ਨਹੀਂ ਹੁੰਦੀ ਕੰਟਰੈਕਟ ਆਫ ਸੇਲ ਦੇ ਵਿੱਚ ਕਿ ਉਹ ਬਾਇਰ ਨੂੰ ਜਿਹੜੀਆਂ ਆ ਉਹ ਗੁਡਸ ਪ੍ਰੋਵਾਈਡ ਕਰੇ ਕਿ ਜਿਹੜੀਆਂ ਉਹਦੇ ਪਰਪਸ ਨੂੰ ਪੂਰਾ ਕਰਦੀਆਂ ਹੋਣ। ਬਟ ਉਹਦੀ ਇਹ ਡਿਊਟੀ ਸੈਲਰ ਦੀ ਤਾਂ ਬਣਦੀ ਆ ਅਗਰ ਸੈਲਰ ਨੂੰ ਬਾਇਰ ਦੇ ਦੁਆਰਾ ਉਹ ਪਰਪਸ ਦੱਸਿਆ ਜਾਂਦਾ ਆ ਕਿ ਮੈਂ ਗੁਡਸ ਜਿਹੜੀਆਂ ਬਾਏ ਕਰ ਰਿਹਾ ਆ ਉਹ ਇਸ ਪਰਪਸ ਲਈ ਕਰ ਰਿਹਾ ਆ। ਉਸ ਕੇਸ ਦੇ ਵਿੱਚ ਹੀ ਸਿਰਫ ਸੈਲਰ ਦੀ ਡਿਊਟੀ ਹੁੰਦੀ ਆ ਕਿ ਬਾਇਰ ਨੂੰ ਉਹ ਗੁਡਸ ਪ੍ਰੋਵਾਈਡ ਕਰੇ ਜਿਹੜਾ ਕਿ ਪਰਪਸ ਨੂੰ ਫੁੱਲਫਿਲ ਕਰਦੀਆਂ ਨੇ। ਬਟ ਅਗਰ ਇਹੋ ਜਿਹੀ ਕੋਈ ਇਨਫੋਰਮੇਸ਼ਨ ਸੈਲਰ ਨੂੰ ਬਾਇਰ ਨਹੀਂ ਦਿੰਦਾ ਪਰਪਸ ਦੀ, ਫਿਰ ਉਸ ਕੇਸ ਦੇ ਵਿੱਚ ਜਿਹੜਾ ਹੈਗਾ ਉਹਨੂੰ ਬਲੇਮ ਵੀ ਨਹੀਂ ਕਰ ਸਕਦਾ। ਇਹ ਜਿਹੜਾ ਰੂਲ ਹੈ ਕੈਵਟ ਐਮਪਟਰ ਦਾ ਸੈਕਸ਼ਨ 16 ਦੇ ਵਿੱਚ ਮੈਂਸ਼ਨ ਕੀਤਾ ਹੋਇਆ ਆ, ਜਿਹੜਾ ਕਿ ਇਹ ਕਹਿੰਦਾ ਆ ਸਬਜੈਕਟ ਟੂ ਦ ਪ੍ਰੋਵੀਜ਼ਨ ਆਫ ਦਿਸ ਐਕਟ ਔਰ ਆਫ ਐਨੀ ਅਦਰ ਲਾਅ ਫॉर द टाइम being in force there is no implied warranty or condition as to the quality or fitness for any particular purpose of goods supplied under a contract of sale। ਕਿ ਇਹੋ ਜਿਹੀ ਕੋਈ ਵੀ ਇੰਪਲਾਈਡ ਕੰਡੀਸ਼ਨ ਔਰ ਇਹੋ ਜਿਹੀ ਕੋਈ ਵੀ ਇੰਪਲਾਈਡ ਵਾਰੰਟੀ ਨਹੀਂ ਹੈਗੀ ਕਿਸੇ ਗੁਡਸ ਦੀ ਫਿਟਨੈਸ ਔਰ ਕੁਆਲਿਟੀ ਦੇ ਬਾਰੇ ਵਿੱਚ ਜਿਹੜੀਆਂ ਕਿ ਉਸ ਕੰਟਰੈਕਟ ਦੇ ਅੰਡਰ ਉਸ ਗੁਡਸ ਜੋ ਸਪਲਾਈ ਕੀਤੀਆਂ ਗਈਆਂ ਉਹਨਾਂ ਦੇ ਪਰਪਸ ਨੂੰ ਫੁੱਲਫਿਲ ਕਰਦੀਆਂ ਹੋਣ। ਬਟ ਇਹ ਰੂਲ ਜਿਹੜਾ ਹੈਗਾ ਦ ਰੂਲ ਹੈਜ਼ ਨੋ ਐਪਲੀਕੇਸ਼ਨ ਇਨ ਐਨੀ ਕੇਸ। ਉਸ ਜਗ੍ਹਾ 'ਤੇ ਇਸ ਰੂਲ ਨੂੰ ਅਸੀਂ ਅਪਲਾਈ ਨਹੀਂ ਕਰਦੇ ਜਿੱਥੇ ਸੈਲਰ ਨੂੰ ਪਰਪਸ ਦੱਸ ਦਿੱਤਾ ਗਿਆ ਆ ਅਤੇ ਬਾਇਰ ਸੈਲਰ ਦੀਆਂ ਸਕਿੱਲਸ 'ਤੇ ਰਿਲਾਈ ਕਰ ਰਿਹਾ ਆ ਕਿ ਉਹ ਉਹਨਾਂ ਨੂੰ ਗੁਡਸ ਡਿਲੀਵਰ ਕਰੇਗਾ ਜਿਹੜੀਆਂ ਕਿ ਉਹਦੇ ਪਰਪਸ ਨੂੰ ਪੂਰਾ ਕਰਦੀਆਂ ਹੋਣਗੀਆਂ। ਹੁਣ ਇਹ ਜਿਹੜਾ ਰੂਲ ਹੈ ਕੈਵਟ ਐਮਪਟਰ ਦਾ, ਇਸ ਦੀਆਂ ਕੁਝ ਐਕਸੈਪਸ਼ਨਸ ਵੀ ਹਨ। ਐਕਸੈਪਸ਼ਨਸ ਕੀ ਹੈਗੀਆਂ ਆ? ਸਭ ਤੋਂ ਪਹਿਲੀ ਐਕਸੈਪਸ਼ਨ ਆ ਵੇਅਰ ਦਾ ਬਾਇਰ ਰਿਲਾਈਜ਼ ਔਨ ਦਾ ਸਕਿੱਲਸ ਐਂਡ ਜਜਮੈਂਟ ਆਫ ਦਾ ਸੈਲਰ। ਜਿੱਥੇ ਬਾਇਰ ਜਿਹੜਾ ਆ ਸੈਲਰ ਦੀਆਂ ਸਕਿੱਲਸ ਔਰ ਜਜਮੈਂਟ 'ਤੇ ਰਿਲਾਈ ਕਰ ਰਿਹਾ, ਮਤਲਬ ਸੈਲਰ ਨੂੰ ਸਿਰਫ ਆਪਣਾ ਪਰਪਸ ਇਨਫੋਰਮ ਕਰ ਰਿਹਾ ਕਿ ਮੇਰਾ ਆਹ ਪਰਪਸ ਆ ਜਿਹਦੇ ਲਈ ਮੈਂ ਗੁਡਸ ਬਾਏ ਕਰਨੀਆਂ ਆ, ਐਂਡ ਫਾਈਨਲੀ ਉਸ ਤੋਂ ਇਲਾਵਾ ਉਹਨੂੰ ਕੁਛ ਨਹੀਂ ਦੱਸ ਰਿਹਾ, ਜਸਟ ਉਹਦੇ 'ਤੇ ਰਿਲਾਈ ਕਰ ਰਿਹਾ ਕਿ ਉਹ ਜੋ ਵੀ ਗੁਡਸ ਡਿਲੀਵਰ ਕਰੇਗਾ ਉਹਨੂੰ ਉਹਦੇ ਪਰਪਸ ਨੂੰ ਪੂਰਾ ਕਰਨਗੀਆਂ। ਸੋ ਉਸ ਕੇਸ ਦੇ ਵਿੱਚ ਵੀ ਕੈਵਟ ਐਮਪਟਰ ਦਾ ਰੂਲ ਜਿਹੜਾ ਆ ਅਪਲਾਈ ਨਹੀਂ ਹੁੰਦਾ। ਠੀਕ ਆ। ਹੁਣ ਜਿਸ ਤਰ੍ਹਾਂ ਮੰਨ ਲਓ ਕਿ ਇਹਨਾਂ ਨੇ ਐਗਜ਼ਾਮਪਲ ਦਿੱਤੀ ਆ ਕਿ ਬੀ ਨੇ ਸੀ ਦੇ ਕੋਲੋਂ ਟਿੰਬਰ ਪਰਚੇਸ ਕੀਤਾ ਔਰ ਉਹਨੇ ਸੀ ਨੂੰ ਇਹ ਦੱਸਿਆ ਕਿ ਉਹਨੇ ਜੋ ਟਿੰਬਰ ਖਰੀਦਿਆ ਆ ਉਹਨੇ ਰੇਲਵੇ ਸਲੀਪਰਸ ਲਈ ਯੂਜ਼ ਕਰਨਾ ਆ। ਠੀਕ ਆ। ਸੋ ਇਸ ਕੇਸ ਦੇ ਵਿੱਚ ਕੀ ਆ ਕਿ ਬੀ ਜਿਹੜਾ ਉਸ ਟਿੰਬਰ ਨੂੰ ਰਿਜੈਕਟ ਕਰ ਸਕਦਾ ਆ ਅਗਰ ਉਹ ਉਸ ਪਰਪਸ ਨੂੰ ਫੁੱਲਫਿਲ ਨਹੀਂ ਕਰਦਾ, ਮਤਲਬ ਜਿਸ ਪਰਪਸ ਲਈ ਉਹਨੂੰ ਉਹ ਟਿੰਬਰ ਸਪਲਾਈ ਕੀਤਾ ਗਿਆ। ਹੁਣ ਸੈਕਿੰਡ ਇਹਦੇ ਵਿੱਚ ਐਕਸੈਪਸ਼ਨ ਹੈਗੀ ਆ ਮਰਕੈਂਟੇਬਲ ਕੁਆਲਿਟੀ ਆਫ ਗੁਡਸ ਦੀ। ਅਗਰ ਗੁਡਸ ਅਸੀਂ ਬਾਏ ਡਿਸਕ੍ਰਿਪਸ਼ਨ ਬਾਏ ਕਰਦੇ ਹਾਂ ਸੈਲਰ ਦੇ ਕੋਲੋਂ ਜਿਹੜਾ ਕਿ ਉਹਨਾਂ ਗੁਡਸ ਦੇ ਵਿੱਚ ਡੀਲ ਕਰਦਾ ਆ, ਸੋ ਉੱਥੇ ਇੰਪਲਾਈਡ ਕੰਡੀਸ਼ਨ ਹੁੰਦੀ ਆ ਕਿ ਉਹ ਗੁਡਸ ਜਿਹੜੀਆਂ ਨੇ ਮਰਕੈਂਟੇਬਲ ਕੁਆਲਿਟੀ ਦੀਆਂ ਹੋਣੀਆਂ ਚਾਹੀਦੀਆਂ ਨੇ। ਠੀਕ ਆ। ਸੋ ਉੱਥੇ ਵੀ ਕੈਵਟ ਐਮਪਟਰ ਦਾ ਰੂਲ ਅਪਲਾਈ ਨਹੀਂ ਹੁੰਦਾ। ਬਟ ਇਹ ਐਕਸੈਪਸ਼ਨ ਜਿਹੜੀ ਆ ਉਸ ਕੇਸ ਦੇ ਵਿੱਚ ਅਪਲਾਈ ਨਹੀਂ ਹੁੰਦੀ ਜਿੱਥੇ ਬਾਇਰ ਨੇ ਖੁਦ ਗੁਡਸ ਨੂੰ ਐਗਜ਼ਾਮਿਨ ਕੀਤਾ ਹੋਵੇ, ਦੇਖਿਆ ਹੋਵੇ ਕਿ ਉਹਦੇ ਵਿੱਚ ਕੋਈ ਡਿਫੈਕਟ ਤਾਂ ਨਹੀਂ ਹੈਗਾ ਔਰ ਉਹ ਡਿਫੈਕਟ ਵੀ ਇਹੋ ਜਿਹਾ ਜਿਹੜਾ ਕਿ ਐਗਜ਼ਾਮੀਨੇਸ਼ਨ ਦੇ ਨਾਲ ਪਤਾ ਵੀ ਲੱਗ ਜਾਂਦਾ ਹੋਵੇ ਕਿ ਆਹ ਡਿਫੈਕਟ ਹੋ ਸਕਦਾ ਆ। ਫਿਰ ਉਸ ਕੇਸ ਦੇ ਵਿੱਚ ਬਾਇਰ ਜਿਹੜਾ ਸੈਲਰ ਨੂੰ ਬਲੇਮ ਨਹੀਂ ਕਰ ਸਕਦਾ। ਉਸ ਤੋਂ ਬਾਅਦ ਨੈਕਸਟ ਐਕਸੈਪਸ਼ਨ ਆ ਕੰਸੈਂਟ ਬਾਏ ਫਰੋਡ। ਕੈਵਟ ਐਮਪਟਰ ਦਾ ਰੂਲ ਜਿਹੜਾ ਉਦੋਂ ਵੀ ਨਹੀਂ ਅਪਲਾਈ ਹੁੰਦਾ ਜਾਂ ਉਹਨਾਂ ਪਰਚੇਜ਼ਸ 'ਤੇ ਵੀ ਨਹੀਂ ਅਪਲਾਈ ਹੁੰਦਾ ਜਿਹੜੀਆਂ ਕਿ ਬਾਇਰ ਨੇ ਉਸ ਕੰਟਰੈਕਟ ਦੇ ਅੰਡਰ ਕੀਤੀ ਆ, ਪਰਚੇਜ਼ ਕੀਤੀ ਆ ਜਿੱਥੇ ਉਹਦੀ ਕੰਸੈਂਟ ਸੈਲਰ ਨੇ ਫਰੋਡ ਦੇ ਨਾਲ ਲਈ ਹੋਵੇ। ਅਸੀਂ ਪਿਛਲੇ ਸਾਲ ਲਾਸਟ ਈਅਰ
ਐਕਚੁਅਲੀ ਲਾਸਟ ਈਅਰ ਇਸ ਲਈ ਕਹਿ ਰਹੀ ਕਿਉਂਕਿ ਦਸੰਬਰ ਤੋਂ ਪਹਿਲਾਂ, ਦਸੰਬਰ ਨੂੰ ਅਸੀਂ ਲਾਸਟ ਈਅਰ 'ਚ ਹੀ ਕਾਊਂਟ ਕਰ ਲੈਂਦੇ ਹਾਂ। ਅਸੀਂ ਕਮਰਸ਼ੀਅਲ ਲਾਅ ਦੇ ਵਿੱਚ ਫ੍ਰੀ ਕੰਸੈਂਟ ਵਾਲਾ ਚੈਪਟਰ ਕੀਤਾ ਸੀ, ਜਿਹਦੇ ਵਿੱਚ ਅਸੀਂ ਪੜ੍ਹਿਆ ਸੀਗਾ ਕਿ ਫਰੋਡ ਦੇ ਨਾਲ ਵੀ ਕਿਸੇ ਪਾਰਟੀ ਦੀ ਕੰਸੈਂਟ ਲਈ ਜਾ ਸਕਦੀ ਹੁੰਦੀ। ਸੋ ਉਹੀ ਰੂਲ ਹੈਗਾ ਇੱਥੇ, ਜਿੱਥੇ ਬਾਇਰ ਦੀ ਕੰਸੈਂਟ ਬਾਈ ਫਰੋਡ ਲਈ ਗਈ ਆ, ਠੀਕ ਆ। ਸੋ ਉੱਥੇ ਸੈਲਰ ਜਿਹੜਾ ਆ, ਕਿਉਂਕਿ ਉਹ ਗਿਲਟੀ ਆ ਫਰੋਡ ਦਾ, ਸੋ ਸ਼ੈਲ ਹੈਵ ਅ ਨੋ ਪ੍ਰੋਟੈਕਸ਼ਨ, ਉਹਦੇ ਕੋਲ ਡਾਕਟਰਾਈਨ ਆਫ ਕੈਂਪਟ ਐਂਪਟਰ ਦੀ ਪ੍ਰੋਟੈਕਸ਼ਨ ਨੂੰ ਉੱਥੇ ਯੂਜ਼ ਨਹੀਂ ਕਰ ਸਕਦਾ। ਉਸ ਤੋਂ ਬਾਅਦ ਲਾਸਟ ਆ ਯੂਜ਼ੇਜ ਆਫ ਟ੍ਰੇਡ, ਜਿਹੜੀ ਕੁਆਲਿਟੀ ਔਰ ਫਿਟਨੈਸ ਦੀ ਇੰਪਲਾਈਡ ਕੰਡੀਸ਼ਨ ਹੈਗੀ ਆ, ਉਹ ਵੀ ਯੂਜ਼ੇਜ ਆਫ ਟ੍ਰੇਡ ਦੇ ਕਰਕੇ ਹੀ ਲੱਗਦੀ ਆ। ਸੋ ਇਹ ਜਿਹੜੀ ਹੈਗੀ ਆ ਇੱਥੇ ਬਣ ਜਾਂਦੀ ਆ ਇੱਕ ਐਕਸੈਪਸ਼ਨ। ਸੋ ਇਹਦੇ ਨਾਲ ਹੀ ਸਾਡਾ ਇਹ ਟੌਪਿਕ ਕੈਵਟ ਐਂਪਟਰ ਦਾ ਵੀ ਖਤਮ ਹੁੰਦਾ ਹੈ, ਅਤੇ ਨਾਲ ਦੀ ਨਾਲ ਇਹ ਚੈਪਟਰ ਜਿਹੜਾ ਆ ਕੰਡੀਸ਼ਨਸ ਐਂਡ ਵਾਰੰਟੀਜ਼ ਉਹ ਵੀ ਖਤਮ ਹੁੰਦਾ ਹੈ। ਥੈਂਕ ਯੂ।